ਅੱਜ ਦੀ ਵੀਡੀਓ ਦਾ ਟੌਪਿਕ ਹੈ ਇੰਟਰਨੈਟ ਬੇਸਿਕਸ। ਕੰਪਿਊਟਰ ਨੈਟਵਰਕ ਕੀ ਹੁੰਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਦਾ ਜਿਹੜਾ ਯੁੱਗ ਹੈ ਉਹ ਬੜਾ ਡਾਇਨਾਮਿਕ ਹੋ ਚੁੱਕਿਆ ਹੈ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਇਨਫੋਰਮੇਸ਼ਨ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਔਰ ਉਹ ਇਨਫੋਰਮੇਸ਼ਨ ਫਾਸਟਲੀ ਜਿਹੜਾ ਹੈ ਪੁਰਾਣੇ ਮੈਥਡ ਜਿੰਨੇ ਵੀ ਹਨ, ਜਿਵੇਂ ਕਿ ਫੈਕਸ ਹੈ ਜਾਂ ਬਾਈ ਪੋਸਟ ਹੈ, ਉਹਨਾਂ ਨਾਲ ਪੋਸੀਬਲ ਨਹੀਂ ਹੈ। ਤਾਂ ਇਨਫੋਰਮੇਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਪਹੁੰਚਾਉਣ ਦੇ ਲਈ ਕੰਪਿਊਟਰ ਨੈਟਵਰਕਸ ਜੋ ਹੈ ਉਹ ਬਹੁਤ ਵੱਡਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਕੰਪਿਊਟਰ ਨੈਟਵਰਕਸ ਦੀ ਹੈਲਪ ਨਾਲ ਆਪਾਂ ਇਨਫੋਰਮੇਸ਼ਨ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ 'ਤੇ ਸ਼ੇਅਰ ਕਰ ਸਕਦੇ ਹਾਂ। ਕੰਪਿਊਟਰ ਨੈਟਵਰਕਸ ਦੇ ਵਿੱਚ ਅਲੱਗ-ਅਲੱਗ ਕੰਪਿਊਟਰਸ ਜਿਹੜੇ ਹਨ ਉਹ ਅਲੱਗ-ਅਲੱਗ ਡਿਵਾਈਸਿਸ ਦੇ ਥਰੂ ਸ਼ੇਅਰਡ ਮੋਡ ਦੇ ਵਿੱਚ ਹੁੰਦੇ ਹਨ, ਔਰ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਜਿਹੜੀ ਆ ਉਹ ਪੋਸੀਬਲ ਹੋ ਸਕਦੀ ਹੈ। ਜੇਕਰ ਆਪਾਂ ਗੱਲ ਕਰੀਏ ਕੰਪਿਊਟਰ ਨੈਟਵਰਕ ਦੀ ਡੈਫੀਨੇਸ਼ਨ ਦੀ, ਤਾਂ ਕੰਪਿਊਟਰ ਨੈਟਵਰਕ ਇਜ਼ ਅ ਸਿਸਟਮ in which multiple computers are connected to each other to share information and resources। ਸੋ ਇਸ ਡੈਫੀਨੇਸ਼ਨ ਦਾ ਮਤਲਬ ਕੀ ਹੈ, ਜਿੱਥੇ ਮਲਟੀਪਲ ਕੰਪਿਊਟਰ ਇੱਕ ਦੂਜੇ ਦੇ ਨਾਲ ਵਾਇਰਡ ਸਿਸਟਮ ਨਾਲ ਜਾਂ ਅਨਵਾਇਰਡ ਸਿਸਟਮ, ਵਾਇਰਲੈਸ ਜਾਂ ਵਾਇਰਡ, ਇੱਕ ਦੂਜੇ ਨਾਲ ਕਨੈਕਟਡ ਹੋਣ ਔਰ ਉਹ ਇੱਕ ਦੂਜੇ ਨਾਲ ਇਨਫੋਰਮੇਸ਼ਨ ਜਾਂ ਰਿਸੋਰਸਿਸ ਨੂੰ ਸ਼ੇਅਰ ਕਰ ਰਹੇ ਹੋਣ, ਤਾਂ ਉਹ ਕੀ ਸਿਸਟਮ ਹੁੰਦਾ ਹੈ, ਕੰਪਿਊਟਰ ਨੈਟਵਰਕ। ਇਸ ਦੇ ਵਿੱਚ ਇਨਫੋਰਮੇਸ਼ਨ ਡੇਟਾ ਨੂੰ ਕਿਹਾ ਗਿਆ ਹੈ ਜੋ ਆਪਾਂ ਸੈਂਡ ਕਰਦੇ ਹਾਂ, ਔਰ ਜਿਹੜੇ ਰਿਸੋਰਸਿਸ ਹਨ ਉਹ ਹਨ ਪ੍ਰਿੰਟਰ ਜਾਂ ਕਿਸੇ ਵੀ ਤਰੀਕੇ ਦੇ ਇਨਪੁਟ ਜਾਂ ਆਊਟਪੁੱਟ ਡਿਵਾਈਸਿਸ ਜਿਹੜੇ ਕੰਪਿਊਟਰ ਨੈਟਵਰਕਸ ਦੇ ਵਿੱਚ ਸ਼ੇਅਰ ਮੋਡ ਦੇ ਵਿੱਚ ਹੁੰਦੇ ਹਨ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਇੱਕ ਸੈਂਟਰਲ ਕੰਪਿਊਟਰ ਹੈ, ਉਸ ਦੇ ਨਾਲ ਬਾਕੀ ਕੰਪਿਊਟਰ ਇੱਕ ਦੂਜੇ ਨਾਲ ਕਨੈਕਟਡ ਹਨ। ਇਹ ਬੇਸਿਕ ਆਈਡੀਆ ਤੁਹਾਨੂੰ ਦਿੱਤਾ ਗਿਆ ਹੈ ਕੰਪਿਊਟਰ ਨੈਟਵਰਕਸ ਦਾ। ਇਸ ਦੇ ਵਿੱਚ ਜਿੰਨੇ ਵੀ ਕੰਪਿਊਟਰ ਰਿਸੋਰਸਿਸ ਹਨ, ਜਿਵੇਂ ਕਿ ਹਾਰਡ ਡਿਸਕ ਹੈ, ਪ੍ਰਿੰਟਰ ਹੈ, ਸਕੈਨਰ ਹੈ, CPU ਹੈ, ਉਹ ਸਾਰੇ ਸ਼ੇਅਰ ਮੋਡ ਦੇ ਵਿੱਚ ਹੁੰਦੇ ਹਨ। ਡੇਟਾ ਜਿਹੜਾ ਹੈ ਉਹ ਨੈਟਵਰਕਸ ਦੀ ਹੈਲਪ ਨਾਲ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਦੇ ਉੱਪਰ ਸ਼ੇਅਰਡ ਕੀਤਾ ਜਾਂਦਾ ਹੈ। ਜਿੰਨੀ ਵੀ ਫਾਈਲ ਹੈ, ਇਨਫੋਰਮੇਸ਼ਨ ਹੈ, ਉਹ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਸ਼ੇਅਰਡ ਕੀਤੀ ਜਾਂਦੀ ਹੈ। ਤਾਂ ਇਹ ਜਿਹੜਾ ਹੈ ਕੰਪਿਊਟਰ ਨੈਟਵਰਕਸ ਦਾ ਬੇਸਿਕ ਆਈਡੀਆ ਹੈ। ਹੁਣ ਜੇ ਆਪਾਂ ਗੱਲ ਕਰੀਏ ਐਡਵਾਂਟੇਜਸ ਆਫ ਕੰਪਿਊਟਰ ਨੈਟਵਰਕ, ਤਾਂ ਇੱਕ ਕੰਪਿਊਟਰ ਨੈਟਵਰਕ ਦੀ ਕੀ ਐਡਵਾਂਟੇਜਸ ਹੋ ਸਕਦੀਆਂ ਹਨ। ਤਾਂ ਸਭ ਤੋਂ ਵੱਡੀ ਐਡਵਾਂਟੇਜ ਜੋ ਕੰਪਿਊਟਰ ਨੈਟਵਰਕ ਦੀ ਹੈ ਉਹ ਹੈ ਸ਼ੇਅਰਿੰਗ ਆਫ ਰਿਸੋਰਸਿਸ। ਹੁਣ ਇਸ ਦਾ ਮਤਲਬ ਕੀ ਹੈ ਕਿ ਕੰਪਿਊਟਰ ਨੈਟਵਰਕ ਦੇ ਵਿੱਚ ਇਕੱਲੀ ਇਨਫੋਰਮੇਸ਼ਨ ਹੀ ਸ਼ੇਅਰ ਨਹੀਂ ਕੀਤੀ ਜਾਂਦੀ, ਜਿੰਨੇ ਵੀ ਰਿਸੋਰਸਿਸ ਹਨ ਉਹ ਵੀ ਸ਼ੇਅਰਡ ਕੀਤੇ ਜਾਂਦੇ ਹਨ। ਹੁਣ ਰਿਸੋਰਸਿਸ ਕੀ ਹਨ, ਉਹ ਸਾਰੇ ਡਿਵਾਈਸਿਸ ਜੋ ਤੁਹਾਡੇ ਕੰਪਿਊਟਰ ਸਿਸਟਮ ਨਾਲ ਕਨੈਕਟਡ ਹੁੰਦੇ ਹਨ। ਇਸ ਦੇ ਵਿੱਚ ਹਾਰਡਵੇਅਰ ਰਿਸੋਰਸਿਸ ਵੀ ਆਉਂਦੇ ਹਨ, ਜਿਵੇਂ ਕਿ ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਿਆ, ਹਾਰਡ ਡਿਸਕ ਹੋ ਗਈ, ਜਾਂ ਕਿਸੇ ਵੀ ਤਰੀਕੇ ਦਾ ਸੌਫਟਵੇਅਰ ਰਿਸੋਰਸ ਲਾਈਕ ਐਪਲੀਕੇਸ਼ਨ ਪ੍ਰੋਗਰਾਮਸ ਹੋ ਗਏ। ਤਾਂ ਜਿੰਨੇ ਵੀ ਹਾਰਡਵੇਅਰ ਜਾਂ ਸੌਫਟਵੇਅਰ ਰਿਸੋਰਸਿਸ ਹਨ ਉਹ ਸਾਰੇ ਦੇ ਸਾਰੇ ਸ਼ੇਅਰਡ ਮੋਡ ਦੇ ਵਿੱਚ ਹੁੰਦੇ ਹਨ। ਜੇ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਮੰਨ ਲਓ ਆਪਣੇ ਕੋਲ ਇੱਕ ਕੰਪਨੀ ਦੇ ਵਿੱਚ 5 ਜਾਂ 10 ਕੰਪਿਊਟਰ ਹਨ, ਉਹਨਾਂ ਦੇ ਨਾਲ ਇੱਕੋ ਜਿਹੜਾ ਪ੍ਰਿੰਟਰ ਹੈ ਉਹ ਸ਼ੇਅਰਡ ਮੋਡ ਦੇ ਵਿੱਚ ਹੈ। ਤਾਂ ਵਿਦ ਦਾ ਹੈਲਪ ਆਫ ਕੰਪਿਊਟਰ ਨੈਟਵਰਕਸ ਆਪਾਂ ਕੀ ਕਰ ਸਕਦੇ ਹਾਂ, 5 ਜਿਹੜੇ ਕੰਪਿਊਟਰਸ ਨੇ ਉਹਨਾਂ ਦੇ ਨਾਲ ਪ੍ਰਿੰਟਰ ਨੂੰ ਸ਼ੇਅਰ ਕਰ ਸਕਦੇ ਹਾਂ। ਤਾਂ ਜਿਹੜੇ 5 ਕੰਪਿਊਟਰ ਨੇ ਐਟ ਦਾ ਸੇਮ ਟਾਈਮ ਉਹ ਕਮਾਂਡ ਦੇਣਗੇ, ਔਰ 1 ਬਾਏ 1 ਉਹਨਾਂ ਦੀ ਜਿਹੜੀ ਕਮਾਂਡ ਆ ਉਹ ਪ੍ਰਿੰਟ ਹੋ ਜਾਏਗੀ ਸੈਪਰੇਟਲੀ। ਤਾਂ ਇਸ ਤਰੀਕੇ ਨਾਲ ਜਿਹੜੇ ਸੌਫਟਵੇਅਰ ਨੇ ਜਾਂ ਹਾਰਡਵੇਅਰ ਨੇ ਉਹ ਸ਼ੇਅਰਡ ਮੋਡ ਦੇ ਵਿੱਚ ਹੁੰਦੇ ਹਨ ਕੰਪਿਊਟਰ ਨੈਟਵਰਕਸ ਦੇ ਵਿੱਚ। ਨੈਕਸਟ ਪੁਆਇੰਟ ਹੈ ਕੋਸਟ ਰਿਡਕਸ਼ਨ। ਹੁਣ ਜਦੋਂ ਤੁਹਾਡੇ ਕੋਲ ਜਿੰਨੇ ਵੀ ਰਿਸੋਰਸਿਸ ਹਨ ਉਹ ਸ਼ੇਅਰਡ ਮੋਡ ਦੇ ਹਨ, ਤਾਂ ਇਸ ਦੇ ਵਿੱਚ ਫਾਇਦਾ ਤੁਹਾਨੂੰ ਕੀ ਹੈ ਕਿ ਤੁਹਾਡੀ ਜਿਹੜੀ ਰਿਸੋਰਸਿਸ ਦੀ ਕੋਸਟ ਹੈ ਉਹ ਵੀ ਰਿਡਿਊਸ ਹੋ ਜਾਂਦੀ ਹੈ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, 5 ਕੰਪਿਊਟਰਾਂ ਪਿੱਛੇ ਆਪਣੇ ਕੋਲ ਇੱਕ ਪ੍ਰਿੰਟਰ ਹੈ, ਤਾਂ ਜਿੱਥੇ ਆਪਾਂ ਨੂੰ 5 ਪ੍ਰਿੰਟਰਸ ਦੀ ਲੋੜ ਸੀ, ਉੱਥੇ ਇੱਕੋ ਪ੍ਰਿੰਟਰ ਦੇ ਨਾਲ ਆਪਣਾ ਜਿਹੜਾ ਹੈ ਉਹ ਸਾਰਾ ਦਾ ਸਾਰਾ ਕੰਮ ਪਰਫਾਰਮ ਹੋ ਰਿਹਾ ਹੈ। ਉਸੇ ਤਰੀਕੇ ਨਾਲ ਤੁਹਾਡਾ ਜਿਹੜਾ ਸੌਫਟਵੇਅਰ ਹੈ ਉਹ ਵੀ ਤੁਹਾਨੂੰ ਮਲਟੀਪਲ ਖਰੀਦਣ ਦੀ ਲੋੜ ਨਹੀਂ ਹੈ, ਤੁਸੀਂ ਸ਼ੇਅਰਡ ਮੋਡ ਦੇ ਵਿੱਚ ਉਸਨੂੰ ਕੋਸਟ ਨੂੰ ਰਿਡਿਊਸ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਕਨੈਕਟੀਵਿਟੀ ਐਂਡ ਕਮਿਊਨੀਕੇਸ਼ਨ। ਹੁਣ ਇਸ ਦੇ ਵਿੱਚ ਕੀ ਹੈ, ਜਿੰਨੇ ਵੀ ਕੰਪਿਊਟਰਸ ਹਨ, ਜਿੰਨੇ ਵੀ ਯੂਜ਼ਰ ਹਨ, ਉਹ ਕੰਪਿਊਟਰ ਦੀ ਹੈਲਪ ਨਾਲ ਇੱਕ ਦੂਜੇ ਨਾਲ ਕਨੈਕਟਡ ਹੁੰਦੇ ਹਨ। ਤਾਂ ਕੰਪਿਊਟਰ ਨੈਟਵਰਕ ਦੀ ਹੈਲਪ ਨਾਲ ਜਿੰਨੇ ਵੀ ਯੂਜ਼ਰ ਹਨ ਉਹ ਇੱਕ ਦੂਜੇ ਨਾਲ ਈਜ਼ਲੀ ਕਮਿਊਨੀਕੇਟ ਕਰ ਸਕਦੇ ਹਨ, ਈਮੇਲ ਕਰ ਸਕਦੇ ਹਨ, ਵੀਡੀਓ ਕਾਨਫਰੰਸਿੰਗ ਕਰ ਸਕਦੇ ਹਨ, ਜਾਂ ਇੰਸਟੈਂਟ ਮੈਸੇਜਿੰਗ ਕਰਕੇ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਹਨ।
ਨੈਕਸਟ ਪੁਆਇੰਟ ਹੈ ਸੈਂਟਰਲਾਈਜ਼ਡ ਸੌਫਟਵੇਅਰ ਮੈਨੇਜਮੈਂਟ। ਮਤਲਬ ਕੀ ਹੈ, ਤੁਸੀਂ ਇੱਕ ਕੰਪਿਊਟਰ ਦੇ ਉੱਪਰ ਇੱਕ ਸੌਫਟਵੇਅਰ ਨੂੰ ਇੰਸਟਾਲ ਕਰਕੇ ਸਾਰੇ ਯੂਜ਼ਰਸ ਨੂੰ ਉਹਦੀ ਸ਼ੇਅਰਿੰਗ ਮੋਡ ਦੇ ਵਿੱਚ ਯੂਜ਼ਰਸ ਨੂੰ ਅਲਾਓ ਕਰ ਸਕਦੇ ਹੋ। ਤਾਂ ਇਸ ਦਾ ਬੈਨੀਫਿਟ ਕੀ ਹੋਏਗਾ, ਤੁਹਾਡੇ ਕੋਲ ਅਲੱਗ-ਅਲੱਗ ਕੰਪਿਊਟਰਸ ਦੇ ਉੱਪਰ ਸੌਫਟਵੇਅਰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈ। ਫੋਰ ਐਗਜ਼ਾਮਪਲ, ਜਿਵੇਂ ਇਹਨਾਂ ਨੇ ਲਿਖਿਆ ਹੈ, ਜੇ 20 ਯੂਜ਼ਰਸ ਨੇ ਔਰੈਕਲ ਦੇ ਉੱਪਰ ਕੰਮ ਕਰਨਾ ਚਾਹੁੰਦੇ ਹਨ ਤਾਂ ਇੰਸਪਾਇਰਡ ਕੇ ਆਪਾਂ ਔਰੈਕਲ ਨੂੰ ਇਕੱਲੇ ਕੰਪਿਊਟਰ ਦੇ ਉੱਪਰ ਇੰਸਟਾਲ ਕਰੀਏ, ਆਪਾਂ ਇੱਕ ਸੈਂਟਰਲ ਕੰਪਿਊਟਰ ਸਰਵਰ ਦੇ ਉੱਪਰ ਕਰ ਸਕਦੇ ਹਾਂ ਔਰ ਉਸ ਨੂੰ ਸ਼ੇਅਰਡ ਕਰ ਸਕਦੇ ਹਾਂ। ਨੈਕਸਟ ਪੁਆਇੰਟ ਹੈ ਹਾਇਰ ਰਿਲਾਇਬਿਲਿਟੀ ਐਂਡ ਬੈਕਅਪ। ਹੁਣ ਇਸ ਪੁਆਇੰਟ ਦਾ ਮਤਲਬ ਕੀ ਹੈ, ਤੁਹਾਡੇ ਕੋਲ ਕੰਪਿਊਟਰ ਨੈਟਵਰਕ ਦੇ ਵਿੱਚ ਜਿੰਨਾ ਵੀ ਕੰਮ ਹੋ ਰਿਹਾ ਉਹ ਸਾਰਾ ਰਿਲਾਇਬਲ ਹੁੰਦਾ ਹੈ। ਰਿਲਾਇਬਲ ਦਾ ਮਤਲਬ ਕੀ ਹੈ, ਜੇ ਤੁਹਾਡੇ ਕੋਲ ਕੋਈ ਵੀ ਇੱਕ ਮਸ਼ੀਨ ਖਰਾਬ ਹੋ ਜਾਵੇ ਤਾਂ ਤੁਸੀਂ ਜਿਹੜੀਆਂ ਨੇ ਅਦਰ ਮਸ਼ੀਨਸ ਨੂੰ ਯੂਜ਼ ਕਰਕੇ ਫੋਰ ਦਾ ਟਾਈਮ ਉਸ ਕੰਮ ਨੂੰ ਕੰਪਲੀਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਨੈਟਵਰਕਿੰਗ ਹੈ ਇਹ ਤੁਹਾਨੂੰ ਬੈਕਅਪ ਵੀ ਪ੍ਰੋਵਾਈਡ ਕਰਦੀ ਹੈ। ਇਨ ਕੇਸ ਤੁਹਾਡੇ ਕੋਲ ਕੋਈ ਵੀ ਇੱਕ ਕੰਪਿਊਟਰ ਜਾਂ 2 ਕੰਪਿਊਟਰ ਖਰਾਬ ਹੋ ਜਾਣ ਤਾਂ ਤੁਹਾਡੇ ਕੋਲ ਐਟ ਦੈਟ ਟਾਈਮ ਉਸ ਫੰਕਸ਼ਨ ਨੂੰ ਪਰਫਾਰਮ ਕਰਨ ਲਈ ਤੁਹਾਡੇ ਕੋਲ ਹੋਰ ਕੰਪਿਊਟਰਸ ਵੀ ਜਿਹੜੇ ਨੈਟਵਰਕ ਦੇ ਉੱਪਰ ਅਵੇਲੇਬਲ ਹਨ, ਉਹਨਾਂ ਦੀ ਹੈਲਪ ਨਾਲ ਤੁਸੀਂ ਉਸ ਕੰਮ ਨੂੰ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਇੰਪਰੂਵਡ ਪਰਫਾਰਮੈਂਸ। ਹੁਣ ਇਸ ਦਾ ਮਤਲਬ ਕੀ ਹੈ, ਕਿਉਂਕਿ ਸਾਰਾ ਦਾ ਸਾਰਾ ਕੰਮ ਡਿਸਟ੍ਰੀਬਿਊਟ ਹੋ ਚੁੱਕਿਆ ਹੈ, ਹਰੇਕ ਟਾਸਕ ਜਿਹੜੀ ਹੈ ਡਿਸਟ੍ਰੀਬਿਊਟਡ ਇਨਵਾਇਰਨਮੈਂਟ ਦੇ ਵਿੱਚ ਅਲੱਗ-ਅਲੱਗ ਐਪਲੀਕੇਸ਼ਨਸ ਐਟ ਦਾ ਸੇਮ ਟਾਈਮ ਪਰਫਾਰਮ ਕਰ ਰਹੀਆਂ ਹਨ, ਤਾਂ ਇਹਦੇ ਨਾਲ ਜਿੰਨੀ ਵੀ ਪਰਫਾਰਮੈਂਸ ਹੈ ਤੁਹਾਡੇ ਕੰਪਿਊਟਰ ਨੈਟਵਰਕਸ ਦੀ ਹੈਲਪ ਨਾਲ ਉਹ ਇੰਪਰੂਵ ਹੋ ਗਈ ਹੈ। ਹੁਣ ਜਿੱਥੇ ਇੰਨੀਆਂ ਐਡਵਾਂਟੇਜਸ ਹਨ ਕੰਪਿਊਟਰ ਨੈਟਵਰਕ ਦੀਆਂ, ਉੱਥੇ ਹੀ ਕੁਝ ਡਿਸਐਡਵਾਂਟੇਜਸ ਵੀ ਹਨ ਕੰਪਿਊਟਰ ਨੈਟਵਰਕ ਦੀਆਂ। ਜਿਹੜਾ ਸਭ ਤੋਂ ਪਹਿਲਾ ਪੁਆਇੰਟ ਡਿਸਐਡਵਾਂਟੇਜਸ ਦੇ ਵਿੱਚ ਆਉਂਦਾ ਹੈ ਡੇਟਾ ਸਿਕਿਉਰਿਟੀ ਕੰਸਰਨਸ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਜਿੰਨੇ ਵੀ ਰਿਸੋਰਸਿਸ ਹਨ ਉਹ ਵੀ ਸ਼ੇਅਰਡ ਹਨ ਔਰ ਉਸ ਦੇ ਨਾਲ ਜਿਹੜੀਆਂ ਡੇਟਾ ਹੈ ਉਹ ਵੀ ਸ਼ੇਅਰਡ ਮੋਡ ਦੇ ਵਿੱਚ ਹੈ। ਤਾਂ ਜਿੰਨੇ ਵੀ ਯੂਜ਼ਰ ਨੇ ਜਦੋਂ ਸ਼ੇਅਰਡ ਫਾਈਲ ਨੂੰ ਯੂਜ਼ ਕਰਦੇ ਹਨ ਤਾਂ ਉਸ ਟਾਈਮ ਇੱਕ ਡਰ ਬਣਿਆ ਰਹਿੰਦਾ ਹੈ ਕਿ ਅਨਆਥੋਰਾਈਜ਼ਡ ਯੂਜ਼ਰ ਉਸ ਡੇਟਾ ਜਾਂ ਇਨਫੋਰਮੇਸ਼ਨ ਨੂੰ ਐਡਿਟ ਨਾ ਕਰਦੇ, ਉਸ ਨੂੰ ਡਿਲੀਟ ਨਾ ਕਰਦੇ। ਤਾਂ ਸਭ ਤੋਂ ਵੱਡਾ ਜਿਹੜਾ ਮੇਜਰ ਡਿਸਐਡਵਾਂਟੇਜ ਆਫ ਕੰਪਿਊਟਰ ਨੈਟਵਰਕ ਦੀ ਹੈ ਜਾਂ ਕੰਸਰਨ ਹੈ ਉਹ ਹੈ ਡੇਟਾ ਸਿਕਿਉਰਿਟੀ ਕੰਸਰਨ। ਨੈਕਸਟ ਪੁਆਇੰਟ ਜੋ ਹੈ ਨੈਟਵਰਕ ਇੰਪਲੀਮੈਂਟੇਸ਼ਨ ਕੋਸਟ। ਹੁਣ ਇਸ ਦਾ ਮਤਲਬ ਕੀ ਹੈ, ਇੱਕ ਕੰਪਿਊਟਰ ਨੈਟਵਰਕ ਨੂੰ ਸੈਟਅਪ ਕਰਨ ਦੇ ਲਈ ਤੁਹਾਨੂੰ ਹਾਰਡਵੇਅਰ ਵੀ ਚਾਹੀਦਾ ਹੈ, ਸੌਫਟਵੇਅਰ ਵੀ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਕੰਪਿਊਟਰ ਨੈਟਵਰਕਸ ਦੇ ਅੰਡਰ ਕੰਪਿਊਟਰ ਦੀ ਜਿਹੜੀ ਕੁਆਂਟੀਟੀ ਹੈ ਉਹ ਲਿਮਿਟਿਡ ਹੈ, ਮੰਨ ਲਓ 5 ਜਾਂ 10 ਕੰਪਿਊਟਰ ਹਨ, ਤਾਂ ਤੁਹਾਡੇ ਕੋਲ ਉਹਦੀ ਕੋਸਟ ਘੱਟ ਹੈ। ਬਟ ਜੇ ਤੁਸੀਂ ਬਹੁਤ ਵੱਡਾ ਇੱਕ ਲਾਰਜ ਨੈਟਵਰਕ ਬਣਾਉਣਾ ਚਾਹੁੰਦੇ ਹੋ ਜਿੱਥੇ ਕਿ ਤੁਹਾਡੇ ਕੋਲ 100 ਜਾਂ ਥਾਊਜ਼ੈਂਡਸ ਆਫ ਕੰਪਿਊਟਰ ਹਨ, ਤਾਂ ਉੱਥੇ ਇਹਦੀ ਹਾਰਡਵੇਅਰ ਔਰ ਸੌਫਟਵੇਅਰ ਇੰਸਟਾਲੇਸ਼ਨ ਕੋਸਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ। ਨੈਕਸਟ ਵਨ ਹੈ ਨੈਟਵਰਕ ਮੈਨੇਜਮੈਂਟ ਐਂਡ ਐਡਮਿਨਿਸਟ੍ਰੇਸ਼ਨ ਕੋਸਟ। ਹੁਣ ਇੱਕ ਐਡੇ ਵੱਡੇ ਨੈਟਵਰਕ ਨੂੰ ਮੈਨੇਜ ਕਰਨ ਲਈ ਤੁਹਾਨੂੰ ਇੱਕ ਐਡਮਿਨਿਸਟ੍ਰੇਟਰ ਦੀ ਵੀ ਲੋੜ ਹੈ ਜਿਹੜਾ ਕਿ ਇਹ ਸਾਰੇ ਦੇ ਸਾਰੇ ਨੈਟਵਰਕ ਨੂੰ ਮੈਨੇਜ ਕਰ ਸਕੇ। ਥ੍ਰੈਟ ਫਰੋਮ ਵਾਇਰਸਿਸ। ਜੇਕਰ ਤੁਸੀਂ ਇੱਕ ਸਿੰਗਲ ਕੰਪਿਊਟਰ ਦੀ ਗੱਲ ਕਰੋ ਤਾਂ ਉੱਥੇ ਜਿਹੜਾ ਵਾਇਰਸ ਦਾ ਅਟੈਕ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ। ਬਟ ਜੇ ਉਹੀ ਕੰਪਿਊਟਰਸ ਆਪਾਂ ਨੈਟਵਰਕ ਦੇ ਉੱਪਰ ਯੂਜ਼ ਕਰ ਰਹੇ ਹਾਂ, ਇੰਟਰਨੈਟ ਦੇ ਉੱਪਰ ਵਾਇਰਸ ਆਉਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਕਿਉਂਕਿ ਜਿਹੜਾ ਡੇਟਾ ਹੈ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ, ਇੱਕ ਨੈਟਵਰਕ ਤੋਂ ਦੂਸਰੇ ਕੰਪਿਊਟਰ ਦੇ ਉੱਪਰ ਟ੍ਰਾਂਸਫਰ ਹੁੰਦਾ ਰਹਿੰਦਾ ਹੈ, ਸ਼ਿਫਟ ਹੁੰਦਾ ਰਹਿੰਦਾ ਹੈ। ਨੈਕਸਟ ਪੁਆਇੰਟ ਹੈ ਇਲੀਗਲ ਬਿਹੇਵੀਅਰ। ਜੇ ਇਲੀਗਲ ਬਿਹੇਵੀਅਰ ਦੀ ਗੱਲ ਕਰੀਏ ਤਾਂ ਇਸ ਦਾ ਮਤਲਬ ਇਹ ਹੈ ਕਈ ਵਾਰ ਜਿਹੜੇ ਯੂਜ਼ਰਸ ਹਨ ਉਹ ਅਨਆਥੋਰਾਈਜ਼ਡ ਜਾਂ ਇਲੀਗਲ ਸੌਫਟਵੇਅਰਸ ਨੂੰ ਕੰਪਿਊਟਰ ਦੇ ਉੱਪਰ ਇੰਸਟਾਲ ਕਰਕੇ ਯੂਜ਼ ਕਰਨ ਲੱਗ ਜਾਂਦੇ ਹਨ, ਜਿਹਦਾ ਕਿ ਕੰਪਿਊਟਰ ਨੈਟਵਰਕਸ ਦੇ ਉੱਪਰ ਬੈਡ ਇੰਪੈਕਟ ਪੈਂਦਾ ਹੈ। ਹੁਣ ਨੈਕਸਟ ਜੋ ਟੌਪਿਕ ਹੈ ਦੈਟ ਇਜ਼ ਕਾਲਡ ਡੇਟਾ ਕਮਿਊਨੀਕੇਸ਼ਨ। ਹੁਣ ਕੰਪਿਊਟਰ ਨੈਟਵਰਕ ਆਪਾਂ ਨੇ ਸਮਝ ਲਿਆ ਕੀ ਹੈ, ਜਿੱਥੇ ਕਿ ਡੇਟਾ ਔਰ ਰਿਸੋਰਸਿਸ ਜਿਹੜੇ ਨੇ ਮਲਟੀਪਲ ਕੰਪਿਊਟਰ ਦੇ ਵਿੱਚ ਸ਼ੇਅਰਡ ਹੁੰਦੇ ਹਨ। ਹੁਣ ਜੇ ਆਪਾਂ ਗੱਲ ਕਰੀਏ ਕਮਿਊਨੀਕੇਸ਼ਨ ਦੀ, ਤਾਂ ਡੇਟਾ ਕਮਿਊਨੀਕੇਸ਼ਨ ਦਾ ਮਤਲਬ ਕੀ ਹੈ, ਡਿਜੀਟਲ ਡੇਟਾ ਨੂੰ ਟਰਾਂਸਮਿਟ ਕਰਨਾ ਇੱਕ ਜਾਂ ਇੱਕ ਤੋਂ ਜ਼ਿਆਦਾ ਕੰਪਿਊਟਰਸ ਦੇ ਵਿੱਚ ਇੱਕ ਰਿਲਾਇਬਲ ਜਾਂ ਐਫੀਸ਼ੀਐਂਟ ਮੈਨਰ ਦੇ ਵਿੱਚ। ਹੁਣ ਜਿਹੜਾ ਡੇਟਾ ਟਰਾਂਸਫਰ ਹੋਏਗਾ ਉਹ ਕਿਸੇ ਨਾ ਕਿਸੇ ਮੀਡੀਅਮ ਰਾਹੀਂ ਹੋਏਗਾ। ਮੀਡੀਅਮ ਤੋਂ ਇਸ ਦਾ ਮਤਲਬ ਕੀ ਹੈ, ਕਿਹੜੇ ਤਰੀਕੇ ਨਾਲ ਹੋ ਰਿਹਾ, ਵਾਇਰਡ ਨਾਲ ਹੋ ਰਿਹਾ ਜਾਂ ਅਨਵਾਇਰਡ ਮੈਥਡ ਨਾਲ ਹੋ ਰਿਹਾ ਹੈ। ਜੇ ਹੁਣ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰੀਏ ਐਲੀਮੈਂਟਸ ਆਫ ਡੇਟਾ ਕਮਿਊਨੀਕੇਸ਼ਨ। ਹੁਣ ਜੇ ਗੱਲ ਕਰੀਏ ਡੇਟਾ ਕਮਿਊਨੀਕੇਸ਼ਨ ਸਿਸਟਮ ਦੀ, ਤਾਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ
ਜਿਹੜਾ ਮੈਸੇਜ ਹੈ ਉਹ ਟਰਾਂਸਫਰ ਹੁੰਦਾ ਹੈ ਇੱਕ ਪਰਸਨ ਤੋਂ ਦੂਸਰੇ ਪਰਸਨ ਜਾਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਦੇ ਵਿੱਚ ਯੂਜ਼ਿੰਗ ਅ ਮੀਡੀਅਮ। ਮੀਡੀਅਮ ਦਾ ਇਹਦਾ ਮਤਲਬ ਕੀ ਹੈ, ਵਾਇਰਡ ਸਿਸਟਮ ਜਾਂ ਅਨਵਾਇਰਡ ਸਿਸਟਮ। ਹੁਣ ਜੇ ਤੁਸੀਂ ਡਾਇਗਰਾਮ ਦੀ ਗੱਲ ਕਰੋ ਤਾਂ ਇੱਕ ਸੈਂਡਰ ਹੈ, ਇੱਕ ਰਿਸੀਵਰ ਹੈ। ਸੈਂਡਰ ਨੂੰ ਸੋਰਸ ਕਿਹਾ ਜਾਂਦਾ ਹੈ ਜਿੱਥੋਂ ਦੀ ਮੈਸੇਜ ਕ੍ਰੀਏਟ ਹੋ ਰਿਹਾ ਹੈ ਜਾਂ ਜਿੱਥੋਂ ਦੀ ਤੁਹਾਡਾ ਕਮਿਊਨੀਕੇਸ਼ਨ ਸਟਾਰਟ ਹੋ ਰਹੀ ਹੈ। ਮੀਡੀਅਮ ਜਿਹੜਾ ਹੈ ਉਹ ਵਾਇਰਡ ਹੈ ਜਾਂ ਅਨਵਾਇਰਡ ਹੈ, ਮਤਲਬ ਕਿ ਤੁਹਾਡਾ ਡਾਟਾ ਕਿਸ ਮੀਡੀਅਮ ਰਾਹੀਂ ट्रांसफर हो रहा है। और जो रिसीवर है फिर मतलब की है जिसने मैसेज रिसीव किया सेंडर के थ्रू सेंड किया है। तो बेसिक एलिमेंट ऑफ डेटा कम्युनिकेशन की है, सेंडर है, रिसीवर है और मीडियम है।